ਚੰਡੀਗੜ੍ਹ ਦੇ ਵਿੱਚ 1979 ਦੇ ਵਿੱਚ ਜਿਹੜੇ ਝੁੱਗੀ ਝੌਂਪੜੀ 'ਚ ਲੋਕ ਰਹਿ ਰਹੇ ਸੀ ਉਹਨਾਂ ਨੂੰ ਪੁਨਰਵਾਸ ਯੋਜਨਾ ਦੇ ਤਹਿਤ ਜੋ ਹੈ ਮਕਾਨ ਅਲਾਟ ਕੀਤੇ ਗਏ ਸੀਗੇ। ਉੱਥੇ ਰਹਿ ਰਹੇ ਸੀ 20-20 ਸਾਲ ਦੀਆਂ ਕਿਸ਼ਤਾਂ ਦੇ ਕੇ, ਚਾਹੇ ਉਹ 37 ਸੈਕਟਰ ਹੈ, 38 ਸੈਕਟਰ ਹੈ, ਰਾਮ ਦਰਬਾਰ ਹੈ, ਡੱਡੂ ਮਾਜਰਾ ਹੈ, ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੇ 13 ਦੇ ਲਗਭਗ ਕਲੋਨੀਆਂ ਸੀ। ਕਾਨੂੰਨਨ ਉਹ ਮਕਾਨ ਵਿਕ ਨਹੀਂ ਸਕਦੇ ਸੀ, ਲੇਕਿਨ ਲੋਕਾਂ ਨੇ ਅਨਭਿਗਤਾ ਦੇ ਵਿੱਚ ਪੂਰੀ ਜਾਣਕਾਰੀ ਨਾ ਹੋਣ ਕਰਕੇ 5 ਡਾਕੂਮੈਂਟ ਬਣਵਾ ਕੇ ਜਨਰਲ ਪਾਵਰ ਆਫ ਅਟਾਰਨੀ, ਐਗਰੀਮੈਂਟ, ਐਫੀਡੇਵਿਟ, ਵਿਲ, ਇਸ ਤਰ੍ਹਾਂ ਦੇ ਡਾਕੂਮੈਂਟ ਵਕੀਲਾਂ ਨੇ ਜੋ ਕਿਹਾ ਬਣਾਤੇ ਔਰ ਲੋਕਾਂ ਨੇ ਮਕਾਨ ਜਿਹੜੇ ਹੈਗੇ ਆ ਉਹਨਾਂ ਤੋਂ ਓਨਰਾਂ ਤੋਂ ਖਰੀਦ ਕੇ ਔਰ ਆਪਣੇ ਕਰ ਲਏ। ਜਿਹੜੇ ਵੇਚ ਕੇ ਚਲੇ ਗਏ ਉਹਨਾਂ ਦਾ ਗੁਨਾਹ ਹੋਏਗਾ, ਲੇਕਿਨ ਜਿਹਨੇ ਖਰੀਦਿਆ ਆਪਣੀ ਪੂਰੀ ਜੀਵਨ ਦੀ ਕਮਾਈ ਲਾ ਕੇ ਉਹ ਬੰਦੇ ਦਾ ਕੋਈ ਕਸੂਰ ਨਹੀਂ ਆ, ਉਹਦੀ ਸਿਰਫ ਔਰ ਸਿਰਫ ਅਗਿਆਨਤਾ ਦੇ ਕਾਰਨ। ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਅਰੁਣ ਸੂਦ ਜੀ ਨੇ ਹੁਣੀ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੇ ਚੰਡੀਗੜ੍ਹ ਦੇ ਜੋ ਬਹੁਤ ਪੁਰਾਣੇ ਮਸਲੇ ਆ ਉਹਨਾਂ ਨੂੰ ਸੋਲਡ ਆਊਟ ਕਰਨ ਦੀ ਘੋਸ਼ਣਾ ਕੀਤੀ ਹੈ। ਅਰੁਣ ਸੂਦ ਜੀ ਨਾਲ ਗੱਲਬਾਤ ਕਰਦੇ ਹਾਂ। ਅਰੁਣ ਸੂਦ ਜੀ, ਚੰਡੀਗੜ੍ਹ ਦੇ ਬੜੇ ਪੁਰਾਣੇ ਮਸਲੇ ਜਿਹੜੇ ਆ ਚੱਲੇ ਆ ਰਹੇ ਸੀ, ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਕੇ ਉਹ ਸਾਰੇ ਮਸਲਿਆਂ ਨੂੰ ਸੋਲਡ ਆਊਟ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਦੇ ਪਿੱਛੇ ਆਧਾਰ ਕੀ ਹੈ? 4 ਵੱਡੀਆਂ ਮੰਗਾਂ ਜਿਹੜੀਆਂ ਨੇ ਉਹ ਕੱਲ ਪ੍ਰਸ਼ਾਸਕ ਨੂੰ ਇੱਕ ਡੈਲੀਗੇਸ਼ਨ ਸਾਡਾ ਮਿਲਿਆ ਸੀ ਭਾਰਤੀ ਜਨਤਾ ਪਾਰਟੀ ਦਾ, ਜਿਹਦੇ ਵਿੱਚ ਮੇਰੀ ਅਗਵਾਈ ਦੇ ਵਿੱਚ ਸਾਡੇ ਸੰਗਠਨ ਮਹਾਮੰਤਰੀ, ਸਾਡੇ ਦੋਨੋਂ ਮਹਾਮੰਤਰੀ ਔਰ ਸ਼ਹਿਰ ਦੇ ਮੇਅਰ ਅਨੂਪ ਗੁਪਤਾ ਜੀ, ਅਸੀਂ 4 ਉਹਨਾਂ ਦੇ ਸਾਹਮਣੇ ਮੰਗਾਂ ਰੱਖੀਆਂ ਸੀ। ਚੰਡੀਗੜ੍ਹ ਦੇ ਵਿੱਚ 1979 ਦੇ ਵਿੱਚ ਜਿਹੜੇ ਝੁੱਗੀ ਝੌਂਪੜੀ 'ਚ ਲੋਕ ਰਹਿ ਰਹੇ ਸੀ ਉਹਨਾਂ ਨੂੰ ਪੁਨਰਵਾਸ ਯੋਜਨਾ ਦੇ ਤਹਿਤ ਜੋ ਹੈ ਮਕਾਨ ਅਲਾਟ ਕੀਤੇ ਗਏ ਸੀਗੇ। ਉਹ ਮਕਾਨ ਜਿਹੜੇ ਸੀਗੇ ਉਹ ਲੋਕ ਉੱਥੇ ਰਹਿ ਰਹੇ ਸੀ 20-20 ਸਾਲ ਦੀਆਂ ਕਿਸ਼ਤਾਂ ਦੇ ਕੇ, ਚਾਹੇ ਉਹ 37 ਸੈਕਟਰ ਹੈ, 38 ਸੈਕਟਰ ਹੈ, ਰਾਮ ਦਰਬਾਰ ਹੈ, ਡੱਡੂ ਮਾਜਰਾ ਹੈ, ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੇ 13 ਦੇ ਲਗਭਗ ਕਲੋਨੀਆਂ ਸੀ। ਔਰ ਇੱਥੋਂ ਦੇ ਲੋਕ ਲਗਾਤਾਰ ਮੰਗ ਕਰ ਰਹੇ ਸੀਗੇ ਕਿ ਸਾਨੂੰ ਜਿਹੜਾ ਹੈ ਉਹ ਮਾਲਕਾਨਾ ਹੱਕ ਦਿੱਤੇ ਜਾਣ। 80 ਤੋਂ 90% ਲੋਕ ਜਿਹੜੇ ਨੇ ਉਹ ਆਪਣੇ ਮਕਾਨ ਵੇਚ ਕੇ ਆਪਣੇ ਪਿੰਡਾਂ 'ਚ ਵਾਪਸ ਜਾ ਚੁੱਕੇ ਸੀ, ਆਪਣੇ ਪ੍ਰਦੇਸ਼ 'ਚ ਵਾਪਸ ਜਾ ਚੁੱਕੇ ਸੀ। ਔਰ ਇਹ ਜਿਹੜੀ ਜਨਤਾ ਅੱਜ 80 ਤੋਂ 90% ਜਨਤਾ ਹੈ, ਓਰੀਜਨਲ ਅਲਾਟੀ ਨਹੀਂ, ਕਾਨੂੰਨਨ ਉਹ ਮਕਾਨ ਵਿਕ ਨਹੀਂ ਸਕਦੇ ਸੀ, ਲੇਕਿਨ ਲੋਕਾਂ ਨੇ ਅਨਭਿਗਤਾ ਦੇ ਵਿੱਚ ਪੂਰੀ ਜਾਣਕਾਰੀ ਨਾ ਹੋਣ ਕਰਕੇ 5 ਡਾਕੂਮੈਂਟ ਬਣਵਾ ਕੇ ਜਨਰਲ ਪਾਵਰ ਆਫ ਅਟਾਰਨੀ, ਐਗਰੀਮੈਂਟ, ਐਫੀਡੇਵਿਟ, ਵਿਲ, ਇਸ ਤਰ੍ਹਾਂ ਦੇ ਡਾਕੂਮੈਂਟ ਵਕੀਲਾਂ ਨੇ ਜੋ ਕਿਹਾ ਬਣਾਤੇ ਔਰ ਲੋਕਾਂ ਨੇ ਮਕਾਨ ਜਿਹੜੇ ਹੈਗੇ ਆ ਉਹਨਾਂ ਤੋਂ ਓਨਰਾਂ ਤੋਂ ਖਰੀਦ ਕੇ ਔਰ ਆਪਣੇ ਕਰ ਲਏ, ਲੇਕਿਨ ਇਹਦੇ ਮਾਲਿਕ ਨਹੀਂ ਬਣੇ। ਔਰ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਸੀ। ਕਾਂਗਰਸ ਦੇ ਜਦੋਂ ਐਮਪੀ ਰਹੇ ਬੜੇ ਸਾਲ, ਉਹਨਾਂ ਨੇ ਵੀ ਇਹ ਲਗਾਤਾਰ ਹਰ ਵਾਰੀ ਘੋਸ਼ਣਾ ਕਰਦੇ ਸੀਗੇ ਕਿ ਅਸੀਂ ਜਿਹੜੇ ਹੈ ਇਹ ਪੁਨਰਵਾਸ ਦੇ ਮਕਾਨਾਂ ਨੂੰ ਜਿਹੜਾ ਨਿਯਮਿਤ ਕਰਾਂਗੇ। ਪਰ ਇਸ 'ਚ ਨਾ ਸਰ ਉਹ ਆਪ ਹੀ ਪਹਿਲੇ ਕਿਰਾਏਦਾਰ ਸੀਗੇ, ਕਿਉਂਕਿ ਅਸੀਂ ਝੁੱਗੀ ਝੋਪੜੀਆਂ ਤੋਂ ਉਹਨਾਂ ਨੂੰ ਉਠਾ ਕੇ ਮਕਾਨ ਦਿੱਤੇ ਸੀ, ਕਿਰਾਏ ਤੇ ਦਿੱਤੇ ਸੀਗੇ, ਉਹਨਾਂ ਨੂੰ ਵੇਚਣ ਲਈ ਨਹੀਂ ਦਿੱਤੇ ਸੀ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਜਿਹੜੇ ਵੇਚ ਕੇ ਚਲੇ ਗਏ ਉਹਨਾਂ ਦਾ ਗੁਨਾਹ ਹੋਏਗਾ, ਲੇਕਿਨ ਜਿਹਨੇ ਖਰੀਦਿਆ ਆਪਣੀ ਪੂਰੀ ਜੀਵਨ ਦੀ ਕਮਾਈ ਲਾ ਕੇ ਉਹ ਬੰਦੇ ਦਾ ਕੋਈ ਕਸੂਰ ਨਹੀਂ ਆ, ਉਹਦੀ ਸਿਰਫ ਔਰ ਸਿਰਫ ਅਗਿਆਨਤਾ ਦੇ ਕਾਰਨ ਹੈ। ਅੱਜ ਉਹਨੂੰ ਇੰਨਾ ਪਨਿਸ਼ ਨਹੀਂ ਕੀਤਾ ਜਾ ਸਕਦਾ, ਉਹਨੇ ਕੋਈ ਇਹੋ ਜਿਹਾ ਗੈਰ ਕਾਨੂੰਨੀ ਕੰਮ ਨਹੀਂ ਕੀਤਾ, ਗਬਨ ਨਹੀਂ ਕੀਤਾ। ਉਹਦੇ ਡਾਕੂਮੈਂਟ ਜ਼ਰੂਰ ਗਲਤ ਹੈ ਕਿ ਉਹਦੇ ਕੋਲ GPA ਉਹਦੀ ਵੈਲਿਡ ਨਹੀਂ ਹੈ, ਉਹ ਐਸਾ ਮਕਾਨ ਨੂੰ ਉਹਨੇ ਖਰੀਦਿਆ ਜਿਹਨੂੰ ਉਹ ਵੇਚ ਹੀ ਨਹੀਂ ਸਕਦਾ ਸੀ। 20 ਸਾਲ ਤੋਂ ਜਿਹੜੀ ਹੈ ਲੀਜ਼ ਮਨੀ ਵੀ ਦਿੰਦੇ ਰਹੇ, ਉਹ ਤਾਂ ਚਲਾ ਗਿਆ, ਇਹੀ ਲੋਕ ਲੀਜ਼ ਮਨੀ ਦਿੰਦੇ ਰਹੇ। ਅੱਜ ਜਿਹੜੀ ਹੈ ਕੱਲ ਅਸੀਂ ਪ੍ਰਸ਼ਾਸਕ ਕੋਲੇ ਜਾ ਕੇ ਮੰਗ ਕੀਤੀ ਸੀਗੀ, ਬੜੇ ਲੰਬੇ ਸਮੇਂ ਤੋਂ ਪ੍ਰੋਸੈਸ ਅਸੀਂ ਤੋਰਿਆ ਹੋਇਆ ਸੀਗਾ, ਲਗਾਤਾਰ ਇਹਦਾ ਕੋਈ ਮੋਡੈਲਿਟੀਜ਼ ਨਹੀਂ ਹੋ ਰਹੀਆਂ ਸੀ। ਮੇਰੀ ਡਿਪਟੀ ਕਮਿਸ਼ਨਰ ਨਾਲ ਕਈ ਵਾਰੀ ਮੀਟਿੰਗਸ ਹੋਈਆਂ, ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨਾਲ ਮੀਟਿੰਗਸ ਹੋਈਆਂ, ਭਾਰਤੀ ਜਨਤਾ ਪਾਰਟੀ ਲਗਾਤਾਰ ਪ੍ਰਯਾਸ ਕਰ ਰਹੀ ਸੀਗੀ। ਔਰ ਕੱਲ ਜਦੋਂ ਅਸੀਂ ਮਿਲੇ ਆ ਤੇ ਕੱਲ ਜਾ ਕੇ ਉਹਨਾਂ ਨੇ ਅਲਟੀਮੇਟਲੀ ਪ੍ਰਸ਼ਾਸਕ ਮਹੋਦਿਆਂ ਨੇ ਕਿਹਾ ਕਿ ਅਸੀਂ ਇੱਕ ਸਰਵੇ ਜਿਹੜਾ ਹੈਗਾ ਉਹਦਾ ਆਰਡਰ ਕੀਤਾ ਹੋਇਆ। ਸਰਵੇ ਜਦੋਂ ਹੋਣਾ ਸੀ 25 ਸੈਕਟਰ ਦੇ ਵਿੱਚ, ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਆ ਕੇ ਉਹ ਸਰਵੇ 'ਚ ਵਿਘਨ ਪਾਏ, ਭਾਰਤੀ ਜਨਤਾ ਪਾਰਟੀ ਦੇ ਪੁਤਲੇ ਸਾੜੇ ਗਏ। ਉੱਥੇ HS ਲੱਕੀ ਕਾਂਗਰਸ ਪਾਰਟੀ ਦੇ ਜਿਹੜੇ ਸੀਗੇ ਉੱਥੇ ਪਹੁੰਚੇ ਔਰ ਉਹਨਾਂ ਨੇ ਉਹ ਸਰਵੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਸ਼ਾਇਦ ਇਹ ਸਰਵੇ ਹੋਣ ਤੋਂ ਬਾਅਦ ਇਹਨਾਂ ਦੇ ਮਕਾਨ ਜਿਹੜੇ ਆ ਜ਼ਬਤ ਹੋ ਜਾਣਗੇ। ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਨਰਿੰਦਰ ਮੋਦੀ ਦੀ ਸਰਕਾਰ ਹੈ, ਜਿਹੜੀ ਗਰੀਬਾਂ ਦੀ ਸਰਕਾਰ ਹੈ। ਅਸੀਂ ਜਦੋਂ ਇਹ ਸਾਰਾ ਕੰਮ ਹੋਇਆ, ਲੋਕਾਂ ਦੇ ਵਿੱਚ ਇਸ ਕਾਰਨ ਪੈਨਿਕ ਕ੍ਰੀਏਟ ਹੋਇਆ ਕਿ ਸ਼ਾਇਦ ਇਹ ਸਰਵੇ ਹੋਣ ਤੋਂ ਬਾਅਦ ਸਾਡੇ ਮਕਾਨ ਖੋਹ ਲਿੱਤੇ ਜਾਣਗੇ, ਵੀ ਅਸੀਂ ਉੱਥੋਂ ਦੇ ਓਨਰ ਨਹੀਂ ਹਾਂ। ਅਸੀਂ ਪ੍ਰਸ਼ਾਸਕ ਨੂੰ ਜਾ ਕੇ ਮੰਗ ਕੀਤੀ ਕਿ ਭਾਈ ਸਾਹਿਬ ਇਹ ਜਲਦ ਇਹਦੀ ਘੋਸ਼ਣਾ ਤੁਹਾਡੇ ਦੁਆਰਾ ਹੋਵੇ, ਔਰ ਅਸੀਂ ਉਹਨਾਂ ਨੇ ਕਿਹਾ ਠੀਕ ਹੈ, ਕੱਲ ਐਡਵਾਈਜ਼ਰੀ ਕਾਉਂਸਲ ਦੀ ਮੀਟਿੰਗ ਹੈ, ਮੈਂ ਉਹਦੇ 'ਚ ਘੋਸ਼ਣਾ ਕਰਾਂਗਾ। ਅੱਜ ਸਵੇਰੇ ਐਡਵਾਈਜ਼ਰੀ ਕਾਉਂਸਲ ਦੀ ਮੀਟਿੰਗ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਾਰੀ ਲਾਲ ਪੁਰੋਹਿਤ ਜੀ ਨੇ ਘੋਸ਼ਣਾ ਕੀਤੀ ਹੈ ਕਿ ਇਹ ਜਿੰਨੇ ਵੀ ਪੁਨਰਵਾਸ ਕਲੋਨੀ ਦੇ 1979 ਤੋਂ ਅਲਾਟਮੈਂਟਸ ਨੇ
ਇਹਨਾਂ ਸਾਰਿਆਂ ਨੂੰ ਜਿਹੜਾ ਹੈ ਰੈਗੂਲਰਾਈਜ਼ ਨਿਯਮਿਤ ਕਰਾਂਗੇ। ਜਿਹੜੇ ਵੀ ਲੋਕ ਜੀਪੀਏ ਤੇ, ਚਾਹੇ ਪਹਿਲੀ ਜੀਪੀਏ ਤੁਸੀਂ ਮੈਨੂੰ ਵੇਚਿਆ, ਮੈਂ ਅੱਗੇ ਵੇਚਤਾ, ਉਹਨੇ ਅੱਗੇ ਵੇਚਤਾ, ਜੀ 4 5 6 ਵਾਰ ਜਿੰਨੀ ਵਾਰ ਵੀ ਵਿਕਿਆ, ਉਹ ਸਾਰੀਆਂ ਜੀਪੀਏ ਨੂੰ ਵੈਲਿਡ ਕਰਦਿਆਂ ਹੋਇਆਂ ਇਹਦਾ ਜੋ ਵੀ ਮੋਰੈਲਿਟੀਜ਼ ਤੈਅ ਹੋਣਗੀਆਂ, ਔਰ ਇੱਕ ਨੋਮੀਨਲ ਜਾਂ ਕਿਸੇ ਦੀ ਕੋਈ ਲੀਜ਼ ਮਨੀ ਰਹਿੰਦੀ ਹੈ, ਕੁਝ ਰਹਿੰਦਾ, ਨੋਮੀਨਲ ਦੇ ਕਨਵਰਸ਼ਨ ਚਾਰਜ ਕਰਕੇ ਇਹ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਉੱਥੇ ਜਿਨ੍ਹਾਂ ਨੇ ਖਰੀਦੇ ਨੇ ਮਕਾਨ, ਉਹਨਾਂ ਨੂੰ ਅਸੀਂ ਮਾਲਕਾਨਾ ਹੱਕ ਦਿਵਾਉਣ ਜਾ ਰਹੇ ਹਾਂ। ਸੂ ਸਾਹਿਬ, ਇਸ 'ਚ ਫਿਰ ਇੱਕ ਉਹ ਹੈਗੀ ਆ ਕਿ ਇਸ 'ਚ ਬਹੁਤ ਜ਼ਿਆਦਾ ਅਨਆਥੋਰਾਈਜ਼ਡ ਕੰਸਟਰਕਸ਼ਨ ਹੈਗੀ ਆ। ਬਿਲਕੁਲ, ਮੈਂ ਕਿਹਾ ਕਿ ਅਨਆਥੋਰਾਈਜ਼ਡ ਕੰਸਟਰਕਸ਼ਨ ਹੈਗੀ ਆ। ਕੋਈ ਨਾ ਕੋਈ ਜਦੋਂ ਮੋਡਲਿਟੀਜ਼ ਪਾਲਿਸੀ ਦੇਖੋ, ਸਭ ਨਾਲੋਂ ਪਹਿਲਾਂ ਤਾਂ ਕੋਈ ਵੀ ਚੀਜ਼ ਕੀ ਵਸਤੂ ਸਥਿਤੀ ਕੀ ਹੈ ਜੀ, ਕਿ ਉੱਥੇ ਜ਼ਮੀਨੀ ਸੱਚਾਈ ਕੀ ਹੈ, ਧਰਾਤਲ ਤੇ ਕੀ ਹੈ, ਇਸੇ ਕਰਕੇ ਸਰਵੇ ਕੀਤਾ ਜਾ ਰਿਹਾ। ਔਰ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਅੱਜ ਮੈਂ ਬੀਜੇਪੀ ਪ੍ਰਧਾਨ ਹੋਣ ਦੇ ਨਾਤੇ ਆਸ਼ਵਾਸਨ ਦਿੰਦਾ ਕਿ ਕਿਸੇ ਵੀ ਇੱਕ ਵਿਅਕਤੀ ਨੂੰ ਬੇਘਰ ਨਹੀਂ ਕੀਤਾ ਜਾਏਗਾ। ਕਿਸੇ ਤੋਂ ਕਿਸੇ ਦੀ ਉਹਦੀ ਜੀਵਨ ਭਰ ਦੀ ਕਮਾਈ ਦਾ ਖਰੀਦਿਆ ਗਿਆ ਮਕਾਨ ਤੋਂ ਉਹਨੂੰ ਬੇਦਖਲ ਨਹੀਂ ਕੀਤਾ ਜਾਏਗਾ। ਸਭ ਨੂੰ ਮਾਲਕਾਨਾ ਹੱਕ ਦਿੱਤਾ ਜਾਏਗਾ। ਚੰਡੀਗੜ੍ਹ ਬੀਜੇਪੀ ਦਾ ਪ੍ਰਧਾਨ ਤੁਹਾਨੂੰ ਕੈਮਰੇ ਤੇ ਗੱਲ ਕਹਿ ਰਿਹਾ। ਔਰ ਜਿਹੜੀਆਂ ਚੀਜ਼ਾਂ ਸਰਵੇ ਲੋਕੀ ਕਰਾਉਣ, ਸਰਵੇ ਦੇ ਵਿੱਚ ਬਾਅਦ ਦੇ ਵਿੱਚ 2 ਮਹੀਨੇ 'ਚ ਅਸੀਂ ਕਿਹਾ ਵੀ ਸਰਵੇ ਕੰਪਲੀਟ ਹੋਵੇ, ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਇਸ ਕੰਮ ਨੂੰ ਅੱਗੇ ਵਧਾਵਾਂਗੇ। ਇੱਕ ਹੋਰ ਸਰ, ਜਿਹੜੇ ਮਤਲਬ ਕਿ ਲਾਲ ਡੋਰੇ ਤੋਂ ਬਾਅਦ ਜਿਹੜੇ ਪਿੰਡ ਚੰਡੀਗੜ੍ਹ ਦੇ ਵਿੱਚ ਆਏ ਆ, ਅਨਆਥੋਰਾਈਜ਼ਡ ਕੰਸਟਰਕਸ਼ਨ ਜਿਹੜੀ ਆ ਹੋਈ ਪਈ ਆ, ਉਸ ਦੇ ਸੰਬੰਧ ਵਿੱਚ ਵੀ ਸ਼ਾਇਦ ਕੋਈ ਡਿਸੀਜਨ ਆਇਆ। ਹਾਂ, ਮੈਂ ਦੱਸਿਆ ਕਿ 4 ਚੀਜ਼ਾਂ ਅਸੀਂ ਕੀਤੀਆਂ ਨੇ। ਚੰਡੀਗੜ੍ਹ 51 ਪਿੰਡਾਂ ਤੇ ਵਸਾਇਆ ਗਿਆ ਸ਼ਹਿਰ ਹੈ, ਜਿਹਦੇ 28 ਪਿੰਡ ਟੋਟਲ ਉਜਾੜ ਦਿੱਤੇ ਗਏ, ਔਰ 23 ਪਿੰਡ ਜਿਹੜੇ ਸੀਗੇ ਬਾਅਦ 'ਚ ਸਮੇਂ-ਸਮੇਂ ਤੇ ਨਗਰ ਨਿਗਮ ਦੇ ਵਿੱਚ ਸ਼ਾਮਿਲ ਹੋਏ। ਜਿਹੜੇ ਲੋਕ ਸੀਗੇ, ਜਿਹੜੇ ਜ਼ਿਮੀਂਦਾਰ ਲੋਕ ਸੀਗੇ, ਉਹਨਾਂ ਦੀ ਕਿਰਤ ਕੀ ਹੈ, ਜਾਂ ਕਿਸਾਨੀ ਜਾਂ ਡੈਰੀ ਫਾਰਮਿੰਗ ਜੀ, ਉਹ ਇੰਜੀਨੀਅਰ ਤਾਂ ਬਣ ਨਹੀਂ ਸਕਦੇ, ਉਹ ਡਾਇਰੈਕਟਰ ਤਾਂ ਬਣ ਨਹੀਂ ਸਕਦੇ। ਔਰ ਜਦੋਂ ਪਸ਼ੂ ਨਹੀਂ ਹੋਣਗੇ, ਜ਼ਮੀਨਾਂ ਨਹੀਂ ਹੋਣਗੀਆਂ, ਤਾਂ ਇਸ ਕਰਕੇ ਉਹਨਾਂ ਨੇ ਇੱਕ ਦੜਬੇ ਦੇ ਕੋਲ ਹੋਟਲ ਬਣਾ ਲਏ, ਕਿਤੇ ਆਪਣਾ ਗੋਦਾਮ ਬਣਾ ਲਏ, ਕਿਤੇ ਕੁਝ ਬਣਾ ਲਿਆ। ਇਸ ਤਰੀਕੇ ਦੇ ਨਾਲ ਉਹ ਜ਼ਰੂਰਤ ਦੇ ਹਿਸਾਬ ਨਾਲ ਆਪਣੇ ਬੱਚਿਆਂ ਦਾ ਪੇਟ ਪਾਲਣ ਦੇ ਲਈ ਉਹਨਾਂ ਨੇ ਲਾਲ ਡੋਰੇ ਤੋਂ ਬਾਹਰ ਕੰਸਟਰਕਸ਼ਨ ਕੀਤੀ। ਔਰ ਕੱਲ੍ਹ ਅਸੀਂ ਪ੍ਰਸ਼ਾਸਕ ਮਹੋਦਿਆਂ ਨੂੰ ਇਹ ਕਿਹਾ ਕਿ ਜਿਹੜੇ ਇੰਨੇ ਲੋਕ ਨੇ, ਅਸੀਂ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ 2014 ਤੋਂ, ਅਸੀਂ ਕਿਸੇ ਵੀ ਕੰਸਟਰਕਸ਼ਨ ਨੂੰ ਨਵੀਂ ਕੋਈ ਕਰਦਾ ਸੀ ਤਾਂ ਉਹਨੂੰ ਰੋਕਦੇ ਸੀ, ਪ੍ਰਸ਼ਾਸਨ ਦੀ ਟੁੱਟਣ ਨਹੀਂ ਦਿੱਤਾ ਸੀ। ਕੱਲ੍ਹ ਅਸੀਂ ਆਪਣਾ ਉਹ ਵਾਅਦਾ ਵੀ ਪੂਰਾ ਕੀਤਾ ਕਿ 23 ਦੇ 23 ਪਿੰਡਾਂ ਦੇ ਲਾਲ ਡੋਰੇ ਦੇ ਬਾਹਰ ਦੀ ਜ਼ਮੀਨ ਨੂੰ ਜਿਹੜੀ ਕੰਸਟਰਕਸ਼ਨ ਹੈ ਉਹਨੂੰ ਰੈਗੂਲਰਾਈਜ਼ ਕਰਨ ਦੀ ਤਰਫ ਵਧਾਂਗੇ। ਪ੍ਰਸ਼ਾਸਕ ਮਹੋਦਿਆਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਕਿ ਅਸੀਂ ਜਿਹੜਾ ਹੈਗਾ ਇਸ ਚੀਜ਼ ਨੂੰ, ਜਿੰਨੇ ਵੀ ਮਕਾਨ, ਦੁਕਾਨ, ਗੋਦਾਮ, ਹੋਟਲ, ਰੈਸਟੋਰੈਂਟ ਜਿੰਨੇ ਵੀ ਲਾਲ ਡੋਰੇ ਤੋਂ ਬਾਹਰ ਨੇ, ਉਹਨਾਂ ਨੂੰ ਨਿਯਮਿਤ ਕਰ ਦਿੱਤਾ ਜਾਏਗਾ। ਇਸ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਚੰਡੀਗੜ੍ਹ ਦੀ ਸੁੰਦਰਤਾ ਤੇ ਇੱਕ ਫਰਕ ਪਏਗਾ? ਕਿਉਂਕਿ ਜਿਹੜੇ ਉਹ ਬਣੇ ਹੋਏ ਆ, ਉਹ ਕਿਸੇ ਯੋਜਨਾ ਦੇ ਤਹਿਤ ਜਾਂ ਕਿਸੇ ਪਲੈਨਿੰਗ ਦੇ ਤਹਿਤ ਨਹੀਂ ਬਣੇ ਹੋਏ। ਉਹਨਾਂ ਦਾ ਸਾਈਜ਼, ਹਰ ਚੀਜ਼ ਡਿਫਰੈਂਟ ਹੈਗੀ ਹੈ। ਮੈਨੂੰ ਤੁਹਾਡਾ ਪ੍ਰਸ਼ਨ ਦੇ ਵਿੱਚ ਹੀ ਵਿਰੋਧਾਭਾਸ ਹੈ। ਆਪਣਾ ਉਹ ਤਾਂ ਬਣੇ ਆ ਆਲਰੇਡੀ ਜੀ। ਚੰਡੀਗੜ੍ਹ ਦੀ ਸੁੰਦਰਤਾ ਨੂੰ ਤਾਂ ਜੇ ਉਹ ਬਦਸੂਰਤ ਕਰ ਰਹੇ ਨੇ ਤਾਂ ਉਹ ਆਲਰੇਡੀ ਕਰ ਚੁੱਕੇ ਨੇ। ਬਿਲਕੁਲ ਠੀਕ ਹੈ। ਮੈਂ ਕਿਹਾ ਕਿ ਇਹ ਜ਼ਰੂਰਤ ਸੀ ਸਮੇਂ ਦੀ ਕਿ ਜਦੋਂ ਮੈਂ ਪਹਿਲਾਂ ਜ਼ਮੀਨ ਸੀਗੀ, ਉਸ ਜ਼ਮੀਨ ਤੇ ਮੈਂ ਹਲ ਵਾਹੁੰਦਾ ਸੀਗਾ ਜਾਂ ਮੇਰੀ ਮੱਝਾਂ ਰੱਖਦਾ ਸੀਗਾ। ਅੱਜ ਉਹ ਮੈਂ ਨਹੀਂ ਕਰ ਸਕਦਾ। ਜੋ ਨਗਰ ਨਿਗਮ 'ਚ ਆ ਗਿਆ 2018 ਜਦੋਂ 13 ਪਿੰਡ ਲਿੱਤੇ, ਡੰਗਰ ਨਹੀਂ ਰੱਖ ਸਕਦੇ ਤੁਸੀਂ, ਸਭ ਚੀਜ਼ਾਂ ਨਹੀਂ ਕਰ ਸਕਦੇ। ਇਸ ਕਰਕੇ ਜਿਹੜਾ ਹੈਗਾ ਇਹ ਫੈਸਲਾ ਇਸ ਕਰਕੇ ਲਿੱਤਾ ਗਿਆ ਕਿ ਉਹ ਜ਼ਰੂਰਤ ਦੇ ਹਿਸਾਬ ਨਾਲ ਨੀਡ ਬੇਸ ਸੀਗਾ। ਔਰ ਅੱਜ ਜਿਹੜਾ ਉਹਨੂੰ ਇਸ ਪਾਲਿਸੀ ਦੇ ਤਹਿਤ ਹੋ ਸਕਦਾ, ਕੱਲ੍ਹ ਨੂੰ ਚੇਂਜ ਆਫ ਲੈਂਡ ਯੂਜ਼ ਦੀ ਪਾਲਿਸੀ ਆਉਂਦੀ ਹੈ, ਲੈਂਡ ਪੂਲਿੰਗ ਦੀ ਆਉਂਦੀ ਹੈ ਕਿ ਤੁਸੀਂ ਕਾਮਨ ਬਣਾ ਕੇ, ਹੋ ਸਕਦਾ ਪ੍ਰਸ਼ਾਸਨ ਅੱਗੇ ਆਉਣ ਵਾਲੇ ਸਮੇਂ, ਜਿਵੇਂ ਮੰਨ ਲਓ ਕੋਈ ਕਲੋਨੀਆਂ ਬਹੁਤ ਵੱਡੀਆਂ ਬਣੀਆਂ, ਕੰਸਟਰਕਸ਼ਨ ਜ਼ਿਆਦਾ ਡਿੱਗ ਸਕਦੀਆਂ, ਪ੍ਰਸ਼ਾਸਨ ਕੋਈ ਸਕੀਮ ਲਿਆ ਸਕਦਾ ਕਿ ਇਹਨਾਂ ਨੂੰ ਤੁਸੀਂ ਗਿਰਾ ਕੇ ਦੁਬਾਰਾ ਤੋਂ ਨਵੀਆਂ ਰੀਕਨਸਟਰਕਟ ਕਰਕੇ ਵਧੀਆ ਮਕਾਨ ਦਿੱਤੇ ਜਾਣ। ਉਨੀ ਦੇਰ ਇਹਨਾਂ ਦੀ ਕਿਤੇ ਵਿਵਸਥਾ ਹੋ ਸਕਦੀ ਹੈ। ਪਿੰਡਾਂ ਵਾਲਿਆਂ ਲਈ ਵੀ ਇਸੇ ਤਰੀਕੇ ਦਾ ਅਲਟਰਨੇਟਿਵ ਕਿ ਭਾਈ ਸਾਹਿਬ ਇਹਨੂੰ ਵੈਸੇ ਕੱਟਣਾ। ਪਰ ਮੈਂ ਸਮਝਦਾ ਕਿ ਜਿਹੜੇ ਲੋਕਾਂ ਦੀ ਜ਼ਮੀਨ ਦੇ ਉੱਤੇ, ਜਿਹੜੇ ਲੋਕਾਂ ਦੀ ਛਾਤੀ ਦੇ ਉੱਤੇ ਚੰਡੀਗੜ੍ਹ ਵਸਿਆ ਗਿਆ, ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਣਾ ਚਾਹੀਦਾ ਜੀ। ਇਸ ਕਰਕੇ ਇਹ ਹੱਕ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨੇ ਦਵਾਇਆ। ਇਹ ਸਰ, ਇਹ ਨਹੀਂ ਲੱਗਦਾ ਵੀ ਲੋਕ ਸਭਾ ਚੁਣਾਵ ਜਿਹੜੇ ਆ ਸਿਰ ਤੇ ਆ, ਤੇ ਲੋਕਾਂ ਦੇ ਜਿਹੜੇ ਮੁੱਦੇ ਇੰਨੇ ਪੁਰਾਣੇ ਜਿਹੜੇ ਚੱਲੇ ਆ ਰਹੇ ਆ, 20 30 ਸਾਲਾਂ ਤੋਂ ਜਿਹੜੇ ਮੁੱਦੇ ਚੱਲੇ ਆ ਰਹੇ ਆ, ਉਹਨਾਂ ਨੂੰ ਇਸ ਸਮੇਂ ਮਤਲਬ ਕਿ ਇੱਕ ਤਰ੍ਹਾਂ ਦਾ ਲੁਭਾਨਾ ਜਿਹੜਾ ਵਾਅਦੇ ਕੀਤੇ ਜਾ ਰਹੇ? ਲੁਭਾਨਾ, ਮੈਂ ਇੱਥੇ ਅੱਜ ਏਡੀ ਵੱਡੀ ਤਾਦਾਦ ਦੇ ਵਿੱਚ ਇਹ ਲੋਕ ਆਏ ਨੇ ਜੀ। ਇਹ 79 ਤੋਂ ਬਾਅਦ 20 ਸਾਲਾਂ ਤੋਂ ਬਾਅਦ ਇਹ ਮੰਗ ਆਣੀ ਸ਼ੁਰੂ ਹੋ ਗਈ ਸੀ। ਬਿਲਕੁਲ ਆਣੀ ਸ਼ੁਰੂ। ਔਰ ਅਸੀਂ ਤਾਂ 2014 ਚ ਆਏ ਹਾਂ ਜੀ। ਜੇ ਇੰਨੇ ਸਾਲ ਕਾਂਗਰਸ ਪਾਰਟੀ ਕੁਝ ਨਹੀਂ ਕਰ ਪਾਈ, ਜੀ, ਇਹ ਮਤਲਬ ਕੰਪਲੈਕਸ ਮੁੱਦਾ ਸੀ। 79 ਤੋਂ ਲੈ ਕੇ 2014 ਤੱਕ ਕਾਂਗਰਸ ਪਾਰਟੀ ਨੇ ਹਰ ਵਾਰੀ ਹਰ ਚੁਣਾਵ 'ਚ ਵਾਅਦਾ ਕੀਤਾ ਸੀ ਮਾਲਕਾਨਾ ਹੱਕ ਦੇਵਾਂਗੇ। ਤੇ ਜੇ ਉਹਨਾਂ ਨੂੰ ਇੰਨੇ ਸਾਲ ਲੱਗ ਸਕਦੇ ਆ
ਨਾਕਾਮਯਾਬ ਹੋਣ ਦੇ ਵਿੱਚ, ਤੇ ਮੈਨੂੰ 9 ਸਾਲ ਇਸ ਪ੍ਰੋਸੈਸ ਨੂੰ ਪੂਰੇ ਹੋਣ ਦੇ ਵਿੱਚ ਲੱਗਣੇ ਤਾਂ ਵਾਜਬ ਹੈ। 9 ਸਾਲ ਦਾ ਸਮੇਂ, ਸਾਰੀ ਮੋਡੈਲਿਟੀਜ਼, ਅਸੀਂ ਚੁੱਪ ਨਹੀਂ ਬੈਠੇ ਸੀ। ਔਰ ਅੱਜ ਚੁਣਾਵ ਆ ਰਹੇ ਆ ਤੇ ਉਸ ਕਰਕੇ ਮੈਂ ਇਹ ਕੰਮ ਰਹਿਣ ਦੇਵਾਂ, ਮੈਨੂੰ ਲੱਗਦਾ ਇਹ ਵੀ ਇਨਜਸਟਿਸ ਹੋਏਗਾ ਵੀ ਮੈਂ ਆਪਣੇ ਆਪ ਨੂੰ ਬੜਾ ਸਾਧੂ, ਮੈਂ ਪੋਲੀਟੀਕਲ ਪਾਰਟੀ ਚਲਾਉਣਾ, ਮੈਂ ਜੇ ਕੰਮ ਕਰਾਂਗਾ ਲੋਕਾਂ ਦੇ ਤਾਂ ਲੋਕ ਮੈਨੂੰ ਵੋਟ ਦੇਣਗੇ, ਜੇ ਮੈਂ ਕੰਮ ਨਹੀਂ ਕਰਾਂਗਾ ਤਾਂ ਕਾਂਗਰਸ ਵਾਂਗੂ ਠੋਕ ਦੇਣਗੇ। ਚਲੋ ਥੈਂਕ ਯੂ ਅਰੁਣ ਸੂਦ ਜੀ। 2 ਹੋਰ ਮੁੱਦੇ ਸੀਗੇ ਉਹ ਵੀ ਕਰ ਜੀ ਜੀ ਹਾਂਜੀ ਇੱਕ ਦੂਸਰੀਆਂ 2 ਮੰਗਾਂ ਸੀ ਕਿ ਪਿੱਛੇ ਜੇ ਰੋਡ ਟੈਕਸ ਬੜਾ ਵੱਧ ਗਿਆ ਸੀਗਾ, ਇਹਨਾਂ ਨੇ ਪੈਟਰੋਲ ਡੀਜ਼ਲ ਦੇ ਵਹੀਕਲਾਂ ਦੇ ਉੱਤੇ ਰੋਡ ਟੈਕਸ ਵਧਾਇਆ ਸੀ। ਅਸੀਂ ਪ੍ਰਸ਼ਾਸਕ ਮਹੋਦਿਆਂ ਨਾਲ ਗੱਲ ਕੀਤੀ ਕਿ ਜਿਹੜਾ ਮਿਡਲ ਕਲਾਸ ਔਰ ਲੋਅਰ ਮਿਡਲ ਕਲਾਸ ਜਾਂ ਲੋਅਰ ਤਬਕਾ ਹੈ, ਉਹ ਲੋਕ 15 ਲੱਖ ਤੱਕ ਦੀ ਕਾਰ ਖਰੀਦਦੇ ਆ ਜਾਂ ਫਿਰ ਸਕੂਟਰ ਮੋਟਰਸਾਈਕਲ ਖਰੀਦਦੇ ਆ। 15 ਲੱਖ ਤੋਂ ਉੱਪਰ ਦੀ ਕਾਰ ਤੇ ਤੁਸੀਂ ਰੋਡ ਟੈਕਸ ਲੈ ਲਓ ਜਿੰਨਾ ਲੈਣਾ, ਲੇਕਿਨ 15 ਲੱਖ ਤੋਂ ਥੱਲੇ ਦੀ ਕਾਰ ਦੇ ਉੱਤੇ ਔਰ ਸਕੂਟਰ ਮੋਟਰਸਾਈਕਲ ਦੇ ਉੱਤੇ ਰੋਡ ਟੈਕਸ ਦੀ ਵ੍ਰਿੱਧੀ ਨੂੰ ਵਾਪਸ ਲਵੋ, ਰੋਲ ਬੈਕ ਕਰੋ। ਉਹ ਹੋ ਗਿਆ। ਦੂਸਰਾ, ਵਪਾਰੀਆਂ ਦੇ ਜਿਹੜਾ ਹੈਗਾ ਸੀ ਫਾਰਮ ਜਿਹੜਾ ਸੀਗਾ ਉਹ ਉਪਲਬਧ ਨਹੀਂ ਹੈ, ਹਿਮਾਚਲ ਤੋਂ ਨਹੀਂ ਆਂਦਾ, ਕੋਈ ਦੇ ਨਹੀਂ ਸਕਦੇ, ਉਹਨਾਂ ਦੇ ਬੈਂਕ ਖਾਤੇ ਸੀਲ ਕਰਤੇ ਜਾ ਸਕਦੇ। 1 ਟਾਈਮ ਸੈਟਲਮੈਂਟ ਸਕੀਮ ਨੂੰ ਅਸੀਂ, ਉਹ ਚੱਲ ਰਹੀ ਹੈ ਆਲਰੇਡੀ, ਉਹਦਾ ਪ੍ਰੋਸੈਸ ਥੋੜਾ ਸਲੋ ਹੋ ਗਿਆ ਸੀ। ਪ੍ਰਸ਼ਾਸਕ ਨੂੰ ਕਿਹਾ ਜਲਦੀ ਕਰਕੇ OTS ਲਿਆਂਦੀ ਜਾਵੇ ਔਰ ਵਪਾਰੀਆਂ ਨੂੰ ਵੱਡੀ ਰਾਹਤ ਦੇ ਕੇ ਉਹ ਜਿਹੜਾ ਹੈਗਾ ਉਹਨਾਂ ਦੇ ਅਕਾਊਂਟ ਖਾਤੇ ਸੀਲ ਹੋਣ ਤੋਂ ਬਚਾਏ ਜਾਣ। ਸਭ ਨੇ ਟੈਕਸ ਪੇ ਕੀਤਾ ਹੋਇਆ। ਇਹ 4 ਵੱਡੀਆਂ ਮੰਗਾਂ ਕੱਲ ਪ੍ਰਸ਼ਾਸਨ ਨੇ ਪੂਰੀਆਂ ਸਾਡੀਆਂ ਮੰਗੀਆਂ ਨੇ। ਇਸ ਕਰਕੇ ਅੱਜ ਵੱਡੀ ਤਾਦਾਦ ਦੇ ਵਿੱਚ ਕਲੋਨੀ ਦੇ ਲੋਕ ਵੀ ਅੱਜ ਇੱਥੇ ਸੈਲੀਬ੍ਰੇਸ਼ਨ ਕਰਨ ਲਈ, ਪਾਰਟੀ ਦਾ ਧੰਨਵਾਦ ਕਰਨ ਲਈ, ਔਰ ਮੈਂ ਉਹਨਾਂ ਦਾ ਸਾਰਿਆਂ ਦਾ ਮੂੰਹ ਮਿੱਠਾ ਕਰਾ ਗਿਆ ਜੋ ਉਹਨਾਂ ਨੂੰ ਇੱਕ ਬਹੁਤ ਵੱਡਾ ਉਪਹਾਰ ਜਿਹੜਾ ਭਾਰਤੀ ਜਨਤਾ ਪਾਰਟੀ ਦੇਗੀ। ਥੈਂਕ ਯੂ। ਥੈਂਕ ਯੂ। ਇਹ ਸੀਗੇ ਅਰੁਣ ਸੂਦ ਜੀ ਜਿਹੜੇ ਕਿ ਚੰਡੀਗੜ੍ਹ BJP ਦੇ ਪ੍ਰੈਜ਼ੀਡੈਂਟ ਹੈਗੇ ਨੇ, ਔਰ ਉਹਨਾਂ ਨੇ ਕੱਲ ਚੰਡੀਗੜ੍ਹ ਦੇ ਜਿਹੜੇ ਪ੍ਰਸ਼ਾਸਕ ਹੈ, ਪੰਜਾਬ ਦੇ ਰਾਜਪਾਲ ਆ, ਉਹਨਾਂ ਨਾਲ ਮੁਲਾਕਾਤ ਕੀਤੀ ਔਰ ਚੰਡੀਗੜ੍ਹ ਦੀਆਂ 4 ਜਿਹੜੀਆਂ ਪੁਰਾਣੀਆਂ ਮੰਗਾਂ ਹੈਗੀਆਂ ਉਹਨਾਂ ਬਾਰੇ ਉਹਨਾਂ ਨੂੰ ਅਵਗਤ ਕਰਾਇਆ, ਜਿਸ ਦੇ ਉੱਤੇ ਪ੍ਰਸ਼ਾਸਕ ਸਾਹਿਬ ਨੇ ਆਪਣੀ ਮੋਹਰ ਵੀ ਲਗਾ ਦਿੱਤੀ ਔਰ 4 ਮੰਗਾਂ ਜਿਹੜੀਆਂ ਉਹ ਮੰਨਣ ਇੱਕ ਤਰ੍ਹਾਂ ਦੀ ਸਵੀਕਾਰ ਕਰ ਦਿੱਤੀਆਂ। ਇਹ ਇੱਕ ਬਹੁਤ ਵੱਡੀ ਗੱਲ ਹੈ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਸੁਮਿਤ ਦੇ ਨਾਲ, ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ।